8ਵੀਂ ਕਲਾਸ। ਅੱਜ ਅਸੀਂ ਪੰਜਾਬੀ ਉਡਾਨ ਵਿੱਚ ਪਾਠ 11 ਪੜ੍ਹਾਂਗੇ, ਜਿਹਦਾ ਨਾਂ ਹੈ ਜਿਉਂਦੇ ਭਗਵਾਨ। ਤੁਸੀਂ ਆਪਣੀ ਕਿਤਾਬ ਖੋਲ੍ਹੋ। ਇਹ ਇੱਕ ਕਵਿਤਾ ਹੈ, ਇਹਦੀ ਅਸੀਂ ਵਿਆਖਿਆ ਪੜ੍ਹਾਂਗੇ। ਤੁਸੀਂ बुक खोल लो। जिਉਂਦੇ भगवान। देखिए, हम सब भगवान की पूजा पाठ करते हैं। हम मानते हैं कि संसार में भगवान है। हमारा कोई दुख और संकट आता है तो हम उसी से प्रार्थना करते हैं और उसकी हम दिन रात वंदना करते हैं। लेकिन इस कविता में कवि ने नंदलाल नूरपुरी ने कहा है कि देखिए, हमने भगवान साक्षात देखा नहीं है ना, लेकिन ऐसे भी भगवान है इस संसार में जो जीवित हैं, जिन्हें हम देखते हैं, जो हमारे सामने कभी रहे होते हैं। वो कौन से हैं? वो देशभक्त हैं जो देश के लिए अपनी जान कुर्बान करते हैं। उन जीवित भगवानों को हमें दिल से पूजना चाहिए, उनका सम्मान करना चाहिए, क्योंकि वो तो साक्षात ही हमारी रक्षा करते हैं, है ना। चलिए आज शुरू करते हैं ये कविता और ये सरलार्थ। ਉਹ ਦੁਨੀਆ ਦੇ ਬੰਦਿਓ ਪੁੱਜੋ, ਉਹਨਾਂ ਅਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ प्यारियां प्यारियां जाना ਨੂੰ। व्याख्या है, इसमें प्रसंग ऐसे ही लिखना है, प्रसंग लिखोगे। ਇਹ ਸੰਤਰਾ ਸਾਡੀ ਪੰਜਾਬੀ ਦੀ ਪਾਠ्य ਪੁਸਤਕ ਉਡਾਨ ਵਿੱਚ ਸੰਕਲਿਤ ਹੈ। ਇਸ ਦੀ ਇਹ ਕਵਿਤਾ ਜਿਉਂਦੇ ਭਗਵਾਨ ਵਿੱਚੋਂ ਲਿੱਤੀ ਗਈ ਹੈ। ਇਹ ਸੰਤਰਾ ਜਿਉਂਦੇ ਭਗਵਾਨ ਨਾਮਕ ਕਵਿਤਾ ਵਿੱਚੋਂ ਲਿੱਤਾ ਗਿਆ ਹੈ ਅਤੇ ਇਸ ਦੇ ਕਵੀ ਹਨ ਨੰਦ ਲਾਲ ਨੂਰਪੁਰੀ ਨੇ। ਸਾਡੇ ਦੇਸ਼ ਭਗਤਾਂ ਦੇ, ਦੇਸ਼ ਦੇ ਜਵਾਨਾਂ ਦੀ, ਦੇਸ਼ ਦੇ ਫੌਜੀਆਂ ਦੀ, ਸੈਨਿਕਾਂ ਦੀ ਇੱਜ਼ਤ ਕਰਨ ਬਾਰੇ ਸਾਨੂੰ प्रेरित किया है। ये प्रसंग होगा, ये लिखना है आपको हर एक स्टैंजा से पहले। व्याख्या, इस कविता विच कवि नंद लाल ਨੂਰਪੁਰੀ ने उन्हां सूरबीरां ते देश भगतां बारे बयान किया है जिन्हां ने अपनी कौम ते देश लई अपनी जान दी बाजी ला दिती। कवि अजिहे इंसानां नूं पूजन ਲਈ ਸੰਬੋਧਨ ਕਰਦਾ ਹੈ। ਕਵੀ ਕਹਿੰਦਾ ਹੈ ਕਿ ਉਹ ਦੁਨੀਆ ਦੇ ਲੋਕੋ, ਮੇਰੀ ਤੁਹਾਡੀ ਅੱਗੇ ਅਰਜ਼ ਹੈ ਕਿ ਤੁਸੀਂ ਉਹਨਾਂ ਇਨਸਾਨਾਂ ਦਾ ਮਾਣ ਕਰੋ, ਯਾਨੀ ਇੱਜ਼ਤ ਕਰੋ, ਉਹਨਾਂ ਨੂੰ ਦਿਲੋਂ ਪੂਜੋ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਕੀਮਤੀ ਪਿਆਰੀਆਂ ਜਾਨਾਂ ਨੂੰ ਵਾਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਜਿਨ ਲੋਕਾਂ ਨੇ, ਜਿਨ ਫੌਜੀਆਂ ਨੇ, ਜਿਨ ਸੈਨਿਕਾਂ ਨੇ ਇਸ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ, ਸਾਨੂੰ ਉਹਨਾਂ ਲੋਕਾਂ ਦੀ ਪੂਜਾ ਕਰਨੀ ਚਾਹੀਦੀ ਹੈ। ਦੂਜਾ ਸੰਤਰਾ ਹੈਗਾ, ਸਰੂਆਂ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ। ਸਰੂਆਂ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਹ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ। ਬੁੱਢੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਅਨੇਕ ਇਨਸਾਨਾਂ ਨੂੰ। ਇਸ ਸੰਤਰੇ ਵਿੱਚ ਕਵੀ ਨੇ ਆਖਿਆ ਹੈ, ਇਹਨਾਂ ਸੰਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਸਰੂਆਂ ਦੇ ਦਰਖਤ ਵਰਗੇ ਉਹਨਾਂ ਉੱਚੇ ਲੰਮੇ ਗੱਭਰੂ, ਸੋਨੇ ਤੇ ਹੀਰੇ ਵਰਗੇ ਚਮਕਦੇ ਪੁੱਤਰਾਂ ਦੀਆਂ ਮਾਵਾਂ ਉਹਨਾਂ ਨੂੰ ਵੇਖਣ ਤੇ ਮਿਲਣ ਨੂੰ ਤਰਸ ਰਹੀਆਂ ਹਨ। ਉਹਨਾਂ ਗੱਭਰੂ ਨੌਜਵਾਨਾਂ ਦੀ ਉਡੀਕ ਵਿੱਚ ਭੈਣਾਂ ਦੀਆਂ ਅੱਖਾਂ ਵਿੱਚੋਂ ਅੰਜੂ ਵਗ ਰਹੇ ਹਨ ਅਤੇ ਬਜ਼ੁਰਗ ਪਿਤਾ ਦੀਆਂ ਨਜ਼ਰਾਂ ਬੂਹੇ ਵਿੱਚ ਟਿਕੀ ਲਾਈ ਆਪਣੇ ਜਵਾਨ ਪੁੱਤਰ ਦਾ ਰਾਹ ਤੱਕ ਰਹੀਆਂ ਹਨ। ਭੈਣ ਤੇ ਮਾਪਿਆਂ ਨੂੰ ਉਸ ਦੇ ਆਉਣ ਦੀ ਆਸ ਹੈ। ਅੱਜ ਇਹ ਨੇਕ ਮਾਪੇ ਤੇ ਭੈਣਾਂ ਪੂਜਨਯੋਗ ਹਨ। ਇਸ ਸੰਤਰੇ ਵਿੱਚ ਦੇਖੋ, ਕਵੀ ਨੇ ਨੌਜਵਾਨਾਂ ਦੀ ਪੂਜਾ, ਉੱਤੇ ਵਾਲੇ ਸੰਤਰੇ ਵਿੱਚ ਆਖਿਆ ਸੀ ਵੀ ਨੌਜਵਾਨਾਂ ਦੀ ਪੂਜਾ ਕਰੋ, ਲੇਕਿਨ ਇਸ ਤੋਂ ਥੱਲੇ ਜਿਹੜਾ ਅਸੀਂ ਹੁਣ ਪੜ੍ਹਿਆ ਹੈ, ਦੂਜੇ ਸੰਤਰੇ 'ਚ ਕਵੀ ਨੇ ਕਿਹਾ ਹੈ ਕਿ ਉਹ ਮਾਂ ਬਾਪ, ਉਹ ਭਾਈ ਭੈਣ ਵੀ ਪੂਜਨਯੋਗ ਹਨ ਜਿਨ੍ਹਾਂ ਨੇ ਆਪਣਾ ਸਰੂਆਂ ਵਰਗੇ ਦਰਖਤ ਵਰਗੇ ਉੱਚੇ ਲੰਮੇ ਪੁੱਤਰ ਆਪਣੇ ਵੀਰ ਨੂੰ ਗਵਾਇਆ ਹੈ ਅਤੇ ਹੁਣ ਵੀ ਉਹ ਆਸ ਲਾਉਂਦੇ ਨੇ ਵੀ
ਅੱਜ ਵੀ ਉਹ ਵਾਪਸ ਆਉਣਗੇ ਅਤੇ ਉਹ ਸਾਰੇ ਮਾਪਿਆਂ ਦੀ ਵੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਤੀਜਾ ਹੈਗਾ ਕਈ ਨਾਤਾਂ ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਣੇ ਦਾ ਨਾ ਪੂਰੇ ਹੋਏ ਨੇ, ਦਿਲ ਦੇ ਵਿੱਚ ਲਕੋਈ ਬੈਠੀਆਂ ਲੱਖਾਂ ਦੀ ਅਰਮਾਨਾਂ ਨੂੰ, ਉਹ ਦੁਨੀਆ ਦੇ ਬੰਦੋ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਬੱਚਿਓ, ਇਹ ਜਿਹੜਾ ਤੀਜਾ ਸੰਤਰਾ ਹੈਗਾ, ਇਹਦੇ ਵਿੱਚ ਕਵੀ ਨੇ ਇਹ ਦੱਸਿਆ ਹੈ ਵੀ ਕਈ ਵਾਰ ਕੀ ਹੁੰਦਾ ਹੈ, ਫੌਜੀ ਜਿਹੜੇ ਹੈ ਨਾ ਉਹ ਸੇਵਾ ਕਰਦੇ ਕਰਦੇ ਆਪਣੇ ਪ੍ਰਾਣ ਖੋ ਦਿੰਦੇ ਨੇ। ਹਜੇ ਉਹਨਾਂ ਦਾ ਵਿਆਹ ਵੀ ਨਹੀਂ ਹੋਇਆ ਹੁੰਦਾ। ਉਹਨਾਂ ਦੇ ਮਾਂ ਪਿਓ ਉਹਨਾਂ ਦੇ ਪ੍ਰਤੀ ਬਹੁਤ ਸਾਰੇ ਆਪਣੇ ਚਾਅ ਲਾਏ ਹੁੰਦੇ ਨੇ। ਉਹਨਾਂ ਨੂੰ ਬਹੁਤ ਸਾਰੇ ਸ਼ੌਕ ਹੁੰਦੇ ਨੇ ਵੀ ਅਸੀਂ ਆਪਣੇ ਪੁੱਤਰਾਂ ਦੇ ਵਿਆਹ ਵਿੱਚ ਗੀਤ ਗਾਵਾਂਗੇ, ਉਹਨਾਂ ਨੂੰ ਸਿਹਰਾ ਬੰਨਾਂਗੇ, ਉਹਨਾਂ ਦੇ ਨਾਲ ਵਹੁਟੀ ਨਾਲ ਘਰ ਆਏਗਾ, ਅਤੇ ਇਹ ਸਾਰੇ ਸੁਪਨੇ ਉਹਨਾਂ ਦੇ ਅਧੂਰੇ ਰਹਿ ਜਾਂਦੇ ਹਨ। ਅਤੇ ਅਸੀਂ ਇਹੋ ਜਿਹੇ ਮਾਪਿਆਂ ਦੀ ਪੂਜਾ ਕਰਨੀ ਚਾਹੀਦੀ ਹੈ। ਇਹਨਾਂ ਸੰਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਕਈ ਨਾਰਾਂ ਭਾਵ ਮਾਵਾਂ ਦੇ ਪੁੱਤਰ ਫੁੱਲਾਂ ਵਾਂਗ ਖਿੜੇ ਹੋਏ ਸਨ। ਜਿਸ ਤਰ੍ਹਾਂ ਫੁੱਲ ਖਿੜ ਜਾਂਦਾ ਹੈ ਉਹ ਚੰਗਾ ਲੱਗਦਾ, ਉਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੀ ਮਾਵਾਂ ਦੇ ਮਨ ਵਿੱਚ ਵੀ ਨਵੇਂ ਨਵੇਂ ਵਿਚਾਰ ਹੋਏ ਹੁੰਦੇ ਨੇ। ਉਹ ਚਾਹੁੰਦੀਆਂ ਨੇ ਵੀ ਉਹ ਆਪਣੇ ਪੁੱਤਰਾਂ ਦੀ ਖੁਸ਼ੀਆਂ ਵੇਖਣਗੀਆਂ। ਉਹਨਾਂ ਨੂੰ ਆਪਣੇ ਪੁੱਤਾਂ ਦੇ ਸ਼ਗਨਾਂ ਵਾਲੇ ਗੀਤ ਗਾਉਣ ਦਾ ਚਾਅ ਸੀ, ਇੱਛਾ ਸੀ, ਪਰ ਉਹ ਚਾਅ ਅਧੂਰੇ ਹੀ ਰਹਿ ਗਏ। ਉਹ ਇੱਕ ਉਮੀਦ ਤੇ ਆਪਣੇ ਦਿਲਾਂ ਅੰਦਰ ਲੱਖਾਂ ਹੀ ਅਰਮਾਨ ਲੁਕੋ ਕੇ ਬੈਠੀਆਂ ਸਨ। ਉਹਨਾਂ ਦਾ ਪੁੱਤਰ ਜ਼ਰੂਰ ਪਰਤੇਗਾ। ਉਹਨਾਂ ਨੂੰ ਉਮੀਦ ਸੀ ਵੀ ਉਹਨਾਂ ਦਾ ਪੁੱਤਰ ਵਾਪਸ ਆਏਗਾ। ਪਰਤੇਗਾ ਮੀਨਸ ਵਾਪਸ ਆਏਗਾ। ਤੁਸੀਂ ਪਰਤੇਗਾ ਹੀ ਲਿਖਣਾ ਹੈ। ਉਹ ਦੁਨੀਆ ਵਾਲਿਓ ਆਓ ਅਸੀਂ ਅਜਿਹੀਆਂ ਮਾਵਾਂ ਦੇ ਨੇਕ ਪੁੱਤਰਾਂ ਨੂੰ ਪੂਜੀਏ। ਇਸ ਤਰ੍ਹਾਂ ਦੀ ਮਾਤਾ ਦੇ ਨੇਕ ਪੁੱਤਰਾਂ ਦੀ ਅਸੀਂ ਪੂਜਾ ਕਰਨੀ ਚਾਹੀਦੀ ਆ। ਨੈਕਸਟ ਹੈਗਾ ਕਿਹਨੂੰ ਨਹੀਂ ਜੀਵਨ ਦੀਆਂ ਲੋੜਾਂ, ਘਰ ਕੋਈ ਜਿਉਣਾ ਚਾਹੁੰਦਾ ਹੈ। ਹਰ ਕੋਈ ਜੀਣਾ ਚਾਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਨਾਲ ਵਿਛਾਉਂਦਾ ਹੈ। ਜਿਉਣਾ ਉਸਦੇ ਬੰਦਾ ਜਿਉਣਾ, ਰੋਕੇ ਜੋ ਤੂਫਾਨਾਂ ਨੂੰ, ਉਹ ਦੁਨੀਆ ਦੇ ਬੰਦੋ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਕਿਹਨੂੰ ਨੇ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਹੈ। ਜਿਉਣਾ ਉਸ ਬੰਦੇ ਦਾ ਜਿਉਣਾ, ਰੋਕੇ ਜੋ ਤੂਫਾਨਾਂ ਨੂੰ, ਉਹ ਦੁਨੀਆ ਦੇ ਬੰਦੇ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਵੀ ਜਿਹੜਾ ਫੌਜੀ ਹੁੰਦਾ ਹੈ ਉਹ ਵੀ ਜਿਉਣਾ ਚਾਹੁੰਦਾ ਹੈ, ਉਹ ਆਪਣੇ ਪ੍ਰਾਣ ਦੇਣਾ ਨਹੀਂ ਚਾਹੁੰਦੇ, ਪਰ ਉਹ ਆਪਣੇ ਜੀਵਨ ਲਈ ਤਰ੍ਹਾਂ ਤਰ੍ਹਾਂ ਦੇ ਜਾਲ ਵਿਛਾਉਂਦੇ। ਹਰ ਕੋਈ ਆਪਣੇ ਜੀਵਨ ਵਿੱਚ ਨਈ ਨਈ ਉਮੀਦਾਂ ਉੜੀਕਾਂ ਲਾਉਂਦਾ ਹੈ, ਪਰ ਜੋ ਬੰਦਾ ਆਈ ਹੋਈ ਮੁਸੀਬਤਾਂ ਨੂੰ ਰੋਕ ਲੈਂਦਾ ਹੈ, ਅਸਲੀ ਜੀਵਨ ਉਸੇ ਬੰਦੇ ਦਾ ਹੁੰਦਾ ਹੈ। ਇਹਨਾਂ ਸੰਤਰਾਂ ਵਿੱਚ ਕਵੀ ਕਹਿੰਦਾ ਹੈ ਇਸ ਦੁਨੀਆ ਵਿੱਚ ਹਰ ਮਨੁੱਖ ਨੂੰ ਜੀਣ ਦਾ ਅਧਿਕਾਰ ਹੈ ਅਤੇ ਹਰ ਕੋਈ ਜਿਉਣਾ ਚਾਹੁੰਦਾ ਹੈ। ਹਰ ਮਨੁੱਖ ਆਪਣੇ ਜੀਵਨ ਨੂੰ ਜਿਉਣ ਦੇ ਸੁੱਖਾਂ ਲਈ ਨਵੀਆਂ ਨਵੀਆਂ ਯੁਕਤਾਂ ਘੜਦਾ ਹੈ, ਭਾਵ ਜਾਲ ਵਿਛਾਉਂਦਾ ਹੈ। ਮਤਲਬ ਕਿ ਇਹ ਹੈ ਵੀ ਉਹ ਨਈ ਨਈ ਚੀਜ਼ਾਂ ਉਹ ਚਾਹੁੰਦਾ ਵੀ ਮੇਰੇ ਜੀਵਨ ਵਿੱਚ ਇਹ ਖੁਸ਼ੀ ਆਏਗੀ, ਇਹ ਕਮਾ ਲੂੰਗਾ, ਇਹ ਖੜਾ ਕਰ ਲੂੰਗਾ, ਇਹ ਮਕਾਨ ਬਣਾ ਲੂੰਗਾ, ਇਹ ਕਾਰ ਲੈ ਲੂੰਗਾ। ਇਸ ਤਰ੍ਹਾਂ ਦੀਆਂ ਉਹ ਇੱਛਾਵਾਂ ਰੱਖਦਾ ਹੈ, ਪਰ ਅਸਲ ਵਿੱਚ ਜਿਉਣਾ ਉਸ ਬੰਦੇ ਦਾ ਹੈ ਜੋ ਜੀਵਨ ਵਿੱਚ ਆਏ ਮੁਸ਼ਕਿਲਾਂ ਭਰੇ ਤੂਫਾਨਾਂ ਨੂੰ ਆਪਣੇ ਬੁਲੰਦ ਹੌਸਲੇ ਨਾਲ, ਜੀਵਨ ਵਿੱਚ ਆਈ ਮੁਸ਼ਕਿਲਾਂ ਨੂੰ ਜਾਂ ਮੁਸੀਬਤਾਂ ਨੂੰ ਬੁਲੰਦ ਹੌਸਲੇ ਨਾਲ ਰੋਕ ਦੇਵੇ। ਉਹ ਦੁਨੀਆ ਵਾਲਿਓ ਅਜਿਹੇ ਹੌਸਲੇ ਵਾਲੇ ਨੇਕ ਇਨਸਾਨਾਂ ਨੂੰ ਪੂਜੀਏ। ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹਨਾਂ ਦੀ ਅਸੀਂ ਪੂਜਾ ਕਰਨੀ ਚਾਹੀਦੀ ਹੈ। ਤੁਸੀਂ ਪੇਜ ਪਰਤ ਲਓ ਅਤੇ ਅਗਲਾ ਸੰਤਰਾ ਹੈ ਸ਼ੇਰਾਂ ਦੀ ਛਾਤੀ ਦੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਏ, ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਏ। ਨਵੀਂ ਦੇਸ਼ ਦੇ ਰੰਗਣ ਚਾੜ੍ਹੀ ਪੂਜੋ ਉਹਨਾਂ ਭਗਵਾਨਾਂ ਨੂੰ, ਉਹ ਦੁਨੀਆ ਦੇ ਚਾਹਣੇ ਵਾਲੋ ਪੂਜੋ ਨੇਕ ਇਨਸਾਨਾਂ ਨੂੰ। ਇਸ ਸੰਤਰਾਂ ਵਿੱਚ
ਇਹਨਾਂ ਸੰਤਰਾਂ ਵਿੱਚ ਸੂਰਵੀਰਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੀ ਭਾਵਨਾ ਦੀ ਗੱਲ ਕਰਦੇ ਹੋਇਆਂ ਕਹਿੰਦਾ ਹੈ ਕਿ ਇਹੀ ਦੇਸ਼ ਭਗਤ ਦੁਸ਼ਮਣਾਂ ਦੀ ਛਾਤੀ 'ਤੇ ਬਹਿ ਕੇ ਮੌਤ ਮੰਗਦੇ ਹਨ। ਭਾਵ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ। ਇਹਨਾਂ ਨੇ ਆਪਣੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਤੇ ਉਸ ਖੂਨ ਨਾਲ ਗੋਰੀ ਸਰਕਾਰ ਦੀ ਚਮੜੀ ਨੂੰ ਵੀ ਰੰਗ ਦਿੱਤਾ। ਕਿੰਨੀ ਸੋਹਣੀ ਗੱਲ ਕੀਤੀ ਹੈ ਵੀ ਆਪਣੇ ਖੂਨ ਨਾਲ ਜਿਹੜੇ ਅੰਗਰੇਜ਼ ਸਾਡੇ ਭਾਰਤ ਨੂੰ ਗੁਲਾਮ ਬਣਾਏ ਬੈਠੇ ਸੀ, ਉਹਨਾਂ ਦੀ ਚਮੜੀ ਲਾਲ ਕੀਤੀ, ਮੀਨਸ ਉਹਨਾਂ ਦੀ ਬੋਡੀ ਵਿੱਚੋਂ ਵੀ ਖੂਨ ਕੱਢ ਦਿੱਤਾ ਅਤੇ ਉਹਨਾਂ ਨੂੰ ਮਾਰ ਦਿੱਤਾ। ਸਾਨੂੰ ਅਜਿਹੇ ਭਗਵਾਨ ਵਰਗੇ ਇਨਸਾਨਾਂ ਨੂੰ ਪੂਜਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੇ ਖੂਨ ਨਾਲ ਦੇਸ਼ ਤੇ ਦੇਸ਼ ਵਾਸੀਆਂ ਅੰਦਰ ਨਵੀਂ ਕ੍ਰਾਂਤੀ ਦੀ ਰੰਗਤ ਚਾੜ੍ਹ ਦਿੱਤੀ ਹੈ। ਆਓ ਅਸੀਂ ਸਭ ਮਿਲ ਕੇ ਅਜਿਹੇ ਲੋਕ ਇਨਸਾਨਾਂ ਨੂੰ ਪੂਜੀਏ। ਅਗਲਾ ਸੰਤਰਾ ਹੈ ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਹੈ। ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਏ, ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ। ਨੂਰਪੁਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ, ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਇਹਨਾਂ ਸੰਤਰਾਂ ਵਿੱਚ ਕਵੀ ਕਹਿੰਦਾ ਹੈ ਅਸਲੀ ਜੀਵਨ ਉਹੀ ਹੈ ਜੋ ਪਰਉਪਕਾਰੀ ਹੋਵੇ, ਭਾਵ ਜੋ ਦੁਨੀਆ ਦੇ ਕੰਮ ਆਵੇ, ਜੋ ਕਿਸੇ ਲਈ ਆਪਣੀ ਜਾਨ ਤੱਕ ਵੀ ਪਰਵਾਹ ਨਾ ਕਰੇ। ਅਸਲ ਜੀਣਾ ਉਸ ਦਾ ਹੈ ਜੋ ਆਪਣੇ ਦੇਸ਼ ਦੇ ਕੌਮ ਲਈ ਆਪਣਾ ਸਾਰਾ ਜੀਵਨ ਉਸ ਪ੍ਰਤੀ ਸਮਰਪਿਤ ਕਰ ਦਿੰਦਾ ਹੈ। ਅੰਤ ਵਿੱਚ ਕਵੀ ਕਹਿੰਦਾ ਹੈ ਕਿ ਇਸ ਦੇਸ਼ ਵਿੱਚ ਫੈਲੀਆਂ ਭ੍ਰਿਸ਼ਟਾਚਾਰ, ਵੱਡੀ ਖੋਰੀ, ਦੇਸ਼ ਪ੍ਰਤੀ ਨਿੱਜੀ ਸੁਆਰਥ ਦੀ ਭਾਵਨਾ ਭਰੀਆਂ ਝੂਠਾ ਵਿਖਾਵਾ ਕਰਨ ਵਾਲੀਆਂ ਦੁਕਾਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜਿਹੜੇ ਲੋਕ ਦੇਸ਼ ਨੂੰ ਪਿਆਰ ਤਾਂ ਨਹੀਂ ਕਰਦੇ, ਪਰ ਉਹ ਭ੍ਰਿਸ਼ਟਾਚਾਰ ਅਤੇ ਵੱਡੀ ਖੋਰੀ ਮੀਨਸ ਜਮਾਖੋਰੀ ਕਰਦੇ ਨੇ, ਦੇਸ਼ ਤੋਂ ਆਪਣੇ ਸੁਆਰਥ ਪੂਰੇ ਕਰਦੇ ਨੇ, ਪਰ ਉਹ ਇਸ ਤਰ੍ਹਾਂ ਦਿਖਾਉਂਦੇ ਨੇ ਜਿਵੇਂ ਉਹ ਕਿੰਨੇ ਹੀ ਦੇਸ਼ ਭਗਤ ਹਨ। ਅਤੇ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਇੱਜ਼ਤ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਦੁਕਾਨਾਂ ਬੰਦ ਕਰ ਦੇਣੀ ਚਾਹੀਦੀ ਹੈ। ਆਓ ਦੁਨੀਆ ਵਾਲਿਓ, ਅਸੀਂ ਉਹਨਾਂ ਨੇਕ ਇਨਸਾਨਾਂ ਨੂੰ ਪੂਜੀਏ ਜਿਨ੍ਹਾਂ ਨੇ ਆਪਣੇ ਦੇਸ਼ ਲਈ ਆਪਣਾ ਆਪਾ ਵਾਰ ਦਿੱਤਾ। ਪਿਆਰੇ ਬੱਚੋ, ਇਹ ਸਲਾਹਟ ਸਨ, ਤੁਸੀਂ ਹੁਣ ਸੁਣ ਗਏ। ਤੁਸੀਂ ਇਹਨਾਂ ਨੂੰ ਸੁਣ ਵੀ ਲਓਗੇ ਤਾਂ ਵੀ ਤੁਹਾਡੇ ਪੱਲੇ ਪੈ ਜਾਣਗੇ ਅਤੇ ਤੁਸੀਂ ਇਹਨਾਂ ਨੂੰ ਮਨ ਲਗਾ ਕੇ ਸੁਣੋ। ਮੈਂ ਇਸ ਪਾਠ ਦਾ ਅਭਿਆਸ ਅਗਲੀ ਵੀਡੀਓ ਵਿੱਚ ਤੁਹਾਨੂੰ ਸੈਂਡ ਕਰਾਂਗੀ।